Students, today we are going to discuss the concept economics and the economy. मतलब ਅਰਥਸ਼ਾਸਤਰ ਅਤੇ ਅਰਥ ਵਿਵਸਥਾ। ਸਭ ਤੋਂ ਪਹਿਲਾਂ ਸਾਡੇ ਮਾਈਂਡ ਦੇ ਵਿੱਚ ਆਉਂਦਾ ਹੈ ਕਿ ਇਕਨੋਮਿਕਸ ਕਹਿੰਦੇ ਕਿਹਨੂੰ ਆ, ਜਿਹਨੂੰ ਅਸੀਂ ਪੰਜਾਬੀ 'ਚ ਕਹਿੰਦੇ ਆ ਅਰਥ ਸ਼ਾਸਤਰ। ਬਹੁਤ ਸਾਰੇ ਵਰਡਸ ਇੱਦਾਂ ਦੇ ਹੁੰਦੇ ਆ ਜਿਹੜੇ ਕਿ ਪੰਜਾਬੀ ਦੇ, ਹਿੰਦੀ ਦੇ, ਇਹਨਾਂ ਦੇ ਆਪਣੀ ਲੈਂਗੁਏਜ ਦੇ ਨਹੀਂ ਹੁੰਦੇ। ਬਹੁਤ ਸਾਰੀਆਂ ਲੈਂਗੁਏਜਸ ਨੇ ਜਿਹੜੇ ਵਰਡਸ ਹੁੰਦੇ ਆ ਉਹ ਹੋਰ ਲੈਂਗੁਏਜ ਦੇ ਵਿੱਚੋਂ ਲੈ ਕੇ ਆਪਣੀ ਲੈਂਗੁਏਜ ਦੇ ਵਿੱਚ ਐਡ ਕੀਤੇ ਹੁੰਦੇ ਆ। ਜਿੱਦਾਂ ਕਿ ਅਸੀਂ ਵਰਡ ਸੁਣਦੇ ਹਾਂ ਹੌਸਪੀਟਲ, ਸਕੂਲ, ਪੈਨ, ਇਹ ਸਾਰੇ ਇੰਗਲਿਸ਼ ਦੇ ਵਰਡਸ ਆ, ਪਰ ਇਹਨਾਂ ਨੂੰ ਐਜ਼ ਇਟ ਇਜ਼ ਹਿੰਦੀ ਲੈਂਗੁਏਜ ਦੇ ਵਿੱਚ ਯੂਜ਼ ਕੀਤਾ ਜਾਂਦਾ। ਸੇਮ ਇਸੇ ਤਰ੍ਹਾਂ ਹੀ ਜਿਹੜਾ ਇਕਨੋਮਿਕਸ ਵਰਡ ਹੈ ਉਹ ਆਇਆ ਹੈ ਗ੍ਰੀਕ ਲੈਂਗੁਏਜ ਦੇ ਵਿੱਚੋਂ। ਗ੍ਰੀਕ ਲੈਂਗੁਏਜ ਦੇ ਵਿੱਚੋਂ, ਠੀਕ ਹੈ। ਫਰਦਰ ਜਿਹੜੇ ਗ੍ਰੀਕ ਦੇ ਦੋ ਵਰਡਸ ਹੈ ਓਇਕਸ ਐਂਡ ਨੈਮਨ। ਇਕਨੋਮਿਕਸ ਜਿਹੜਾ ਵਰਡ ਹੈ ਉਹ ਆਇਆ ਹੈ ਗ੍ਰੀਕ ਲੈਂਗੁਏਜ ਦੇ ਦੋ ਵਰਡਸ ਤੋਂ, ਓਇਕਸ ਹੈ ਅਤੇ ਨੈਮਨ। ਓਇਕਸ ਦਾ ਮਤਲਬ ਹੁੰਦਾ ਹੈ ਹਾਊਸ ਹੋਲਡ, ਜਿਹਨੂੰ ਪੰਜਾਬੀ 'ਚ ਕਹਿੰਦੇ ਆ ਘਰੇਲੂ। ਨੈਮਨ ਦਾ ਮਤਲਬ ਹੁੰਦਾ ਹੈ ਮੈਨੇਜਮੈਂਟ, ਜਿਸਨੂੰ ਪੰਜਾਬੀ 'ਚ ਕਹਿੰਦੇ ਨੇ ਪ੍ਰਬੰਧ। ਸੋ ਇਕਨੋਮਿਕਸ ਦਾ ਸਿੱਧਾ ਸਿੱਧਾ ਮੀਨਿੰਗ ਕੀ ਹੋਇਆ? ਘਰੇਲੂ ਪ੍ਰਬੰਧ, ਮਤਲਬ ਕਿ ਅਸੀਂ ਆਪਣੇ ਘਰ ਦਾ ਪ੍ਰਬੰਧ ਕਿਸ ਤਰ੍ਹਾਂ ਚਲਾਉਣਾ ਹੈ। ਸੋ ਇਕਨੋਮਿਕਸ ਕੀ ਹੈ? ਇੱਕ ਨੌਲੇਜ ਦਾ ਇਹੋ ਜਿਹਾ ਪਾਰਟ ਜਾਂ ਅਜਿਹਾ ਇੱਕ ਸਬਜੈਕਟ ਜੋ ਕਿ ਸਾਨੂੰ ਦੱਸਦਾ ਹੈ ਕਿ ਅਸੀਂ ਆਪਣੇ ਘਰ ਦਾ ਪ੍ਰਬੰਧ ਕਿਸ ਤਰ੍ਹਾਂ ਕਰਨਾ ਹੈ। ਹੁਣ ਇਹਨੂੰ ਅਸੀਂ ਇੱਕ ਐਗਜ਼ਾਮਪਲ ਦੇ ਥਰੂ ਲੈ ਸਕਦੇ ਹਾਂ। ਸਪੋਜ਼ ਕਿਸੇ ਵੀ ਪਰਸਨ ਦੀ ਇਨਕਮ ਹੈ 10,000 ਰੁਪੀਜ਼। ਹੁਣ ਇਸ ਇਨਕਮ ਦੇ ਵਿੱਚੋਂ ਉਹਨੇ ਆਪਣੇ ਸਾਰੇ ਹੀ ਖਰਚੇ ਕੱਢਣੇ ਹਨ, ਜਿੱਦਾਂ ਕਿ ਸਪੋਜ਼ ਇਲੈਕਟ੍ਰੀਸਿਟੀ ਬਿੱਲ, ਅਗਰ ਉਹਨੇ ਕੋਈ ਕੰਮ ਵਾਲੀ ਰੱਖੀ ਹੋਈ ਹੈ ਉਹਦੇ ਚਾਰਜਿਸ, ਟੀਵੀ ਦਾ, ਪੈਟਰੋਲ ਦਾ, ਰਾਸ਼ਨ ਦਾ, ਮੋਬਾਈਲ ਦਾ, ਹੋਰ ਵੀ ਬਹੁਤ ਸਾਰੇ ਖਰਚੇ, ਠੀਕ ਹੈ। ਤਾਂ ਉਹ ਪਰਸਨ ਕੀ ਕਰੇਗਾ? ਸਾਨੂੰ ਪਤਾ ਹੈ ਕਿ ਜੇਕਰ ਸਾਡੇ ਕੋਲ 10,000 ਰੁਪਇਆ ਤਾਂ ਅਸੀਂ 10,000 ਦੇ ਵਿੱਚੋਂ ਇਹ ਤਾਂ ਹੈ ਨਹੀਂ ਕਿ ਆਪਣੇ ਸਾਰੇ ਖਰਚੇ ਪੂਰੇ ਕਰ ਲਵਾਂਗੇ। ਸੋ ਉਹਦੇ ਲਈ ਅਸੀਂ ਕੀ ਹੈ ਕਿ ਇੱਕ ਮੈਨੇਜਮੈਂਟ ਕਰਾਂਗੇ, ਪ੍ਰਬੰਧ ਕਰਾਂਗੇ ਕਿ ਅਸੀਂ ਇਸ 10,000 ਨੂੰ ਕਿਸ ਤਰ੍ਹਾਂ ਮੈਨੇਜ ਕਰਨਾ ਹੈ ਕਿ ਸਾਡੀਆਂ ਲੋੜਾਂ ਵੱਧ ਤੋਂ ਵੱਧ ਪੂਰੀਆਂ ਹੋ ਸਕਣ। ਵੱਧ ਤੋਂ ਵੱਧ ਕਿਉਂ ਕਹਿ ਰਹੇ ਹਾਂ? ਕਿਉਂਕਿ ਸਾਰੀਆਂ ਲੋੜਾਂ ਨੂੰ ਪੂਰੀਆਂ ਕਰਨਾ ਇੰਪੋਸੀਬਲ ਹੈ। ਲੋੜਾਂ ਬਹੁਤ ਸਾਰੀਆਂ ਹੁੰਦੀਆਂ। ਸਾਨੂੰ ਵੀ ਪਤਾ ਕਿ ਜੇਕਰ ਸਾਡੀ ਇੱਕ ਲੋੜ, ਅਸੀਂ ਅੱਜ ਨਵਾਂ ਮੋਬਾਈਲ ਲੈ ਲਿਆ, ਠੀਕ ਹੈ, ਜਾਂ ਨਵੀਂ ਕਾਰ ਲੈ ਲਈ ਹੈ। ਇੱਕ ਪਰਸਨ ਦੇ ਕੋਲ ਸਾਈਕਲ ਹੈ, ਉਹ ਸੋਚੇਗਾ ਮੈਂ ਬਾਈਕ ਲੈ ਲਾਂ ਜਾਂ ਸਕੂਟਰ ਲੈ ਲਾਂ। ਅਗਰ ਕਿਸੇ ਕੋਲ ਬਾਈਕ ਹੈ ਤਾਂ ਉਹ ਸੋਚੇਗਾ ਮੈਂ ਕਾਰ ਲੈ ਲਾਂ। ਜੇਕਰ ਕਿਸੇ ਕੋਲ ਕਾਰ ਵੀ ਹੈ ਤਾਂ ਉਹ ਸੋਚੇਗਾ ਕਿ ਮੈਂ ਹੋਰ ਮਹਿੰਗੀ ਕਾਰ ਲੈ ਲਵਾਂ। ਸੋ ਇਹ ਕੀ ਹੈ ਕਿ ਸਾਡੀਆਂ ਨੀਡਸ ਜਿਹੜੀਆਂ ਹੁੰਦੀਆਂ ਹੈ ਅਨਲਿਮਿਟਿਡ ਨੀਡਸ, ਜਿਹਨੂੰ ਆਪਾਂ ਕਹਿੰਦੇ ਹਾਂ ਅਸੀਮਤ ਲੋੜਾਂ। ਬਟ ਉਹਨਾਂ ਨੂੰ ਪੂਰਾ ਕਰਨ ਵਾਲੇ ਸਾਧਨ ਕੀ ਹੁੰਦੇ ਹੈ? ਲਿਮਿਟਿਡ ਮੀਨਸ, ਸੀਮਤ ਸਾਧਨ। ਮੀਨਸ ਕਿਹੜੇ? ਮਤਲਬ ਕਿ ਸਾਡੇ ਕੋਲ ਇਨਕਮ, ਮੇਨਲੀ ਜਿਹੜਾ ਸੋਰਸ ਹੁੰਦਾ ਉਹ ਇਨਕਮ ਹੀ ਹੁੰਦਾ, ਜਿਹਦੇ ਥਰੂ ਅਸੀਂ ਆਪਣੀਆਂ ਲੋੜਾਂ ਨੂੰ ਪੂਰੀਆਂ ਕਰਦੇ ਹਾਂ। ਸੋ ਅਸੀਂ ਇਹਨਾਂ ਸੀਮਤ ਸਾਧਨਾਂ ਦੇ ਕੋਲੋਂ, ਸੀਮਤ ਸਾਧਨ ਸਾਡੇ ਇੱਥੇ ਕੋਲ ਕੀ ਹੈ? 10,000 ਰੁਪਇਆ। ਸੀਮਤ ਸਾਧਨਾਂ ਦੇ ਵਿੱਚ ਅਸੀਮਤ ਲੋੜਾਂ ਨੂੰ, ਸਾਰੀਆਂ ਇਹ ਵਾਲੀਆਂ ਲੋੜਾਂ ਅਤੇ ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਕਿ ਇੱਕ ਆਮ ਘਰੇਲੂ ਲਾਈਫ ਦੇ ਵਿੱਚ ਜਾਂ ਆਮ ਜੀਵਨ ਦੇ ਵਿੱਚ ਹੁੰਦੀਆਂ, ਉਹ ਸੀਮਤ ਸਾਧਨਾਂ ਦੇ ਵਿੱਚੋਂ ਅਸੀਂ ਅਸੀਮਤ ਲੋੜਾਂ ਨੂੰ ਕਿਵੇਂ ਪੂਰਾ ਕਰਾਂਗੇ। ਇਸ ਪ੍ਰਬੰਧ ਕਰਨ ਨੂੰ ਬੋਲਦੇ ਆ ਘਰੇਲੂ ਪ੍ਰਬੰਧ, ਜਿਹਨੂੰ ਆਪਾਂ ਇਕਨੋਮਿਕਸ ਦੀ ਟਰਮ ਦੇ ਵਿੱਚ ਯੂਜ਼ ਕਰ ਲੈਂਦੇ ਹਾਂ ਇਕਨੋਮਿਕਸ, ਠੀਕ ਹੈ। ਹੁਣ ਇਹ ਤਾਂ ਹੈ ਨਹੀਂ ਕਿ ਅਸੀਂ 10,000 ਦੇ ਵਿੱਚੋਂ ਸਾਰੇ ਹੀ ਜਿਹੜੇ ਹੈ ਆਪਣੇ ਖਰਚੇ ਪੂਰੇ ਕਰ ਲਾਂਗੇ। ਸੋ ਉਹਦੇ ਲਈ ਕੀ ਹੁੰਦਾ ਹੈ ਕਿ ਅਸੀਂ ਮੈਨੇਜਮੈਂਟ ਕਰ ਲੈਂਦੇ ਹਾਂ ਕਿ ਜਿਹੜੇ ਸਭ ਤੋਂ ਮੇਨ ਖਰਚੇ, ਸਾਨੂੰ ਪਤਾ ਹੈ ਕਿ ਸਭ ਤੋਂ ਮੇਨ ਸਾਡਾ ਇਹਦੇ ਵਿੱਚ ਖਰਚਾ ਕੀ ਹੈ? ਰਾਸ਼ਨ ਦਾ, ਕਿ ਅਸੀਂ ਹੋਰ ਚੀਜ਼ਾਂ ਬਿਨਾਂ ਰਹਿ ਸਕਦੇ ਹਾਂ, ਬਟ ਸਾਨੂੰ ਕੀ ਹੈ ਖਾਣ ਵਾਸਤੇ ਜਿਹੜਾ ਸਮਾਨ ਆ ਉਹ ਜ਼ਰੂਰੀ ਚਾਹੀਦਾ ਹੀ ਚਾਹੀਦਾ ਹੈ।
ਇਸ ਕਰਕੇ ਅਸੀਂ ਅਰੇਂਜ ਕਰਾਂਗੇ ਕਿ ਆਪਣੇ ਪੈਸੇ ਨੂੰ ਸਭ ਤੋਂ ਪਹਿਲਾਂ ਅਸੀਂ ਰਾਸ਼ਨ 'ਤੇ ਲਾਵਾਂਗੇ, ਉਸ ਤੋਂ ਬਾਅਦ ਸਾਨੂੰ ਪਤਾ ਹੈ ਕਿ ਅਸੀਂ ਬਿੱਲ ਵੀ ਦੇਣੇ ਹੈ, ਠੀਕ ਹੈ, ਮੋਬਾਈਲ ਦਾ ਖਰਚਾ ਜੇ ਜ਼ਰੂਰੀ ਹੈ, ਫਿਰ ਅਸੀਂ ਮਤਲਬ ਕੀ ਹੈ ਕਿ ਅਸੀਂ ਮੇਨ ਖਰਚੇ ਜਿਹੜੇ ਆ ਉਹ ਪਹਿਲਾਂ ਪੂਰੇ ਕਰਾਂਗੇ, ਬਾਕੀਆਂ ਨੂੰ ਅਸੀਂ ਨੈਕਸਟ ਟਾਈਮ ਦੇ ਲਈ ਛੱਡ ਦੇਵਾਂਗੇ। ਸੋ ਅਸੀਂ ਇਸ ਲਿਮਿਟਡ ਇਨਕਮ ਦੇ ਵਿੱਚੋਂ ਆਪਣੇ ਖਰਚਿਆਂ ਨੂੰ ਕਿਸ ਤਰ੍ਹਾਂ ਮੈਨੇਜ ਕਰਨਾ ਹੈ ਉਹਨੂੰ ਬੋਲਦੇ ਆ ਇਕਨੋਮਿਕਸ। ਸੋ ਇਕਨੋਮਿਕਸ ਕੀ ਹੋਏਗਾ ਕਿ ਇੱਕ ਅਜਿਹੀ ਸਾਇੰਸ ਜਿਹੜੀ ਕਿ ਸਾਨੂੰ ਦੱਸਦੀ ਹੈ ਕਿ ਮਨੁੱਖ ਦੇ ਕੋਲ ਸੀਮਤ ਸਾਧਨ ਜੋ ਉਪਲਬਧ ਹੁੰਦੇ ਹਨ, ਉਹਨਾਂ ਸੀਮਤ ਸਾਧਨਾਂ ਦੇ ਨਾਲ ਅਸੀਂ ਅਸੀਮਤ ਲੋੜਾਂ ਨੂੰ ਕਿਸ ਤਰ੍ਹਾਂ ਪੂਰੀਆਂ ਕਰਾਂਗੇ। ਮੈਕਸੀਮਮ ਅਸੀਂ ਆਪਣੀਆਂ ਨੀਡਸ ਜਿਹੜੀਆਂ ਆ ਉਹ ਇਹਦੇ ਨਾਲ ਪੂਰੀਆਂ ਕਰ ਲਵਾਂਗੇ ਅਤੇ ਬਾਕੀ ਜਿਹੜੀਆਂ ਨੇ ਉਹਨੂੰ ਅਸੀਂ ਇਨ ਫਿਊਚਰ ਦੇ ਲਈ ਛੱਡ ਦੇਵਾਂਗੇ। ਸੋ ਨੈਕਸਟ ਆਪਾਂ ਕਰਾਂਗੇ ਡੈਫੀਨੇਸ਼ਨਸ ਆਫ ਇਕਨੋਮਿਕਸ। ਸਭ ਤੋਂ ਪਹਿਲੇ ਡੈਫੀਨੇਸ਼ਨ ਅਸੀਂ ਇਹਦੀ ਕਰਾਂਗੇ। ਬਹੁਤ ਸਾਰੇ ਇਕੋਨੋਮਿਸਟ ਆ ਜਿਨ੍ਹਾਂ ਨੇ ਆਪਣੇ ਅਕੋਰਡਿੰਗ ਇਹਦੀਆਂ ਡੈਫੀਨੇਸ਼ਨ ਦਿੱਤੀਆਂ। ਕਿਸੇ ਨੇ ਇਹਨੂੰ ਕਿਹਾ ਕਿ ਧਨ ਦਾ ਸਾਧਨ ਹੁੰਦਾ ਹੈ, ਕਿਸੇ ਨੇ ਕਿਹਾ ਕਿ ਸਮਾਜਿਕ ਕਲਿਆਣ ਨੂੰ ਅਸੀਂ ਇਕਨੋਮਿਕਸ ਕਹਿੰਦੇ ਹਾਂ, ਕਿਸੇ ਨੇ ਵੈਲਥ ਨੂੰ ਲਿਆ, ਠੀਕ ਹੈ। ਸੋ ਇਹਦੇ ਵਿੱਚ ਕੀ ਆ ਕਿ ਫਸਟ ਸਾਡੀ ਜਿਹੜੀ ਡੈਫੀਨੇਸ਼ਨ ਹੋਏਗੀ ਉਹ ਹੋਏਗੀ ਵੈਲਥ ਡੈਫੀਨੇਸ਼ਨ, ਜਿਹਨੂੰ ਬੋਲਦੇ ਆ ਧਨ ਸੰਬੰਧੀ ਪਰਿਭਾਸ਼ਾ। ਇਹ ਪਰਿਭਾਸ਼ਾ ਦਿੱਤੀ ਸੀ ਐਡਮ ਸਮਿਥ ਨੇ। ਐਡਮ ਸਮਿਥ ਫਸਟ ਇਕੋਨੋਮਿਸਟ ਸੀ ਜਿਹਨੇ ਕਿ ਇਕਨੋਮਿਕਸ ਦੀ ਡੈਫੀਨੇਸ਼ਨ ਦਿੱਤੀ ਹੈ, ਇਸ ਕਰਕੇ ਅਸੀਂ ਇਹਨੂੰ ਫਾਦਰ ਆਫ ਇਕਨੋਮਿਕਸ ਵੀ ਬੋਲਦੇ ਹਾਂ। ਇਹ ਤੁਹਾਨੂੰ 1 ਮਾਰਕ ਦੇ ਲਈ ਕੁਐਸਚਨ ਵੀ ਆ ਸਕਦਾ ਹੈ, ਹੂ ਇਜ਼ ਫਾਦਰ ਆਫ ਇਕਨੋਮਿਕਸ। ਇਕਨੋਮਿਕਸ ਜਾਂ ਅਰਥ ਸ਼ਾਸਤਰ ਦੇ ਪਿਤਾਮਾ ਕਿਸ ਨੂੰ ਕਿਹਾ ਜਾਂਦਾ ਹੈ, ਤਾਂ ਉਹਦਾ ਆਨਸਰ ਹੋਏਗਾ ਐਡਮ ਸਮਿਥ। ਐਡਮ ਸਮਿਥ ਨੇ 1776 ਦੇ ਵਿੱਚ ਆਪਣੀ ਇੱਕ ਬੁੱਕ ਪਬਲਿਸ਼ ਕੀਤੀ ਸੀ ਜਿਹਦਾ ਨਾਮ ਸੀ ਐਨ ਇਨਕੁਆਇਰੀ ਇਨਟੂ ਦੀ ਨੇਚਰ ਐਂਡ causes of wealth of nations। ਸੋ ਇਹਦੇ ਵਿੱਚ ਕੀ ਹੈ ਕਿ ਇਨਕੁਆਇਰੀ, ਨੇਚਰ, causes of wealth of nation ਕਿਸੇ ਵੀ ਦੇਸ਼ ਦੇ ਕਿਸੇ ਵੀ ਅਰਥ ਵਿਵਸਥਾ ਦੇ causes of wealth, ਉੱਥੇ ਜਿਹੜਾ ਧਨ ਹੈ ਉਹਦੇ ਕਾਰਨ ਦੱਸਦਾ ਹੈ, ਠੀਕ ਹੈ। ਸਭ ਤੋਂ ਪਹਿਲਾਂ ਤਾਂ ਇਹ ਦੱਸੇਗਾ ਕਿ ਧਨ ਹੁੰਦਾ ਕੀ ਹੈ, ਫਿਰ ਇਹ ਦੱਸੇਗਾ ਕਿ ਉਸ ਧਨ ਦੇ ਕੀ ਕਾਰਨ ਹਨ। ਜੇਕਰ ਕੋਈ ਦੇਸ਼ ਡਿਵੈਲਪ ਹੈ ਤਾਂ ਉਹਦੇ ਕੀ ਕਾਰਨ ਹਨ, ਕਿਸੇ ਦੇਸ਼ ਦੇ ਵਿੱਚ ਪੈਸਾ ਹੈ ਜਾਂ ਉਹਦੇ ਵਿੱਚ ਪੈਸਾ ਘੱਟ ਹੈ ਜਾਂ ਉਹ ਦੇਸ਼ ਹਜੇ ਤਰੱਕੀ ਕਰ ਰਿਹਾ ਹੈ, ਉਹਦੇ ਕੀ ਰੀਜ਼ਨਸ ਹਨ। ਨੈਕਸਟ ਨੇਚਰ ਦਾ ਮਤਲਬ ਹੁੰਦਾ ਹੈ ਸੁਭਾਅ, ਕਿ ਅਸੀਂ ਉਹ ਜਿਹੜਾ ਧਨ ਹੈ ਉਹਦਾ ਸੁਭਾਅ ਕਿਸ ਤਰ੍ਹਾਂ ਦਾ ਹੈ। ਸੁਭਾਅ ਕਿ ਉਹ ਵਾਲੇ ਪੈਸੇ ਨੂੰ ਅਸੀਂ ਕਿੱਥੇ ਖਰਚਦੇ ਹਾਂ, ਗੌਰਮੈਂਟ ਉਸਨੂੰ ਪ੍ਰੋਡਕਟਿਵ ਕੰਮਾਂ ਦੇ ਵਿੱਚ ਲਾਉਂਦੀ ਹੈ ਜਾਂ ਨਾਨ ਪ੍ਰੋਡਕਟਿਵ ਕੰਮਾਂ ਦੇ ਵਿੱਚ ਲਾਉਂਦੀ ਹੈ। ਐਂਡ ਇਨਕੁਆਇਰੀ, ਸੋ ਇਹ ਕੀ ਹੈ ਐਡਮ ਸਮਿਥ ਦੇ ਅਕੋਰਡਿੰਗ ਕੀ ਹੈ, ਇਕਨੋਮਿਕਸ ਕਿਹਨੂੰ ਕਿਹਾ ਜਾਂਦਾ ਹੈ ਕਿ ਇਹ ਧਨ ਦਾ ਸਬਜੈਕਟ ਹੈ ਜੋ ਕਿ ਦੇਖਦਾ ਹੈ ਕਿਸੇ ਦੇਸ਼ ਦੇ ਵਿੱਚ ਧਨ ਜ਼ਿਆਦਾ ਹੋਣ ਦੇ ਕੀ ਕਾਰਨ ਹਨ ਜਾਂ ਘੱਟ ਹੋਣ ਦੇ ਕੀ ਕਾਰਨ ਹਨ, ਉਸਦਾ ਸੁਭਾਅ ਕਿਸ ਤਰ੍ਹਾਂ ਦਾ ਹੈ, ਕਿ ਜਿਹੜਾ ਇਹ ਧਨ ਹੈ ਸਰਕਾਰ ਕਿਸ ਤਰ੍ਹਾਂ ਉਹਨੂੰ ਖਰਚ ਕਰਦੀ ਹੈ, ਕਿਹੜੇ ਤੱਤਾਂ ਦੇ ਉੱਪਰ ਜਿਹੜਾ ਹੈ ਬੱਚਤ ਉਹਨਾਂ ਦੀ ਡਿਪੈਂਡ ਕਰਦੀ ਹੈ, ਕਿੱਥੇ ਉਹ ਪੈਸਾ ਲਗਾ ਕੇ ਦੇਸ਼ ਨੂੰ ਅਗਾਂਹ ਕਰਨ ਦਾ ਸੋਚਦੇ ਹਨ। ਇਹ ਸਾਰੀ ਚੀਜ਼ਾਂ ਦੀ ਕੀ ਹੈ ਇੱਕ ਇਨਕੁਆਇਰੀ ਕਰਦਾ ਹੈ। ਸੋ ਅਕੋਰਡਿੰਗ ਟੂ ਐਡਮ ਸਮਿਥ ਕੀ ਹੈ ਧਨ ਭੌਤਿਕ ਚੀਜ਼ਾਂ। ਮਟੀਰੀਅਲ ਗੁਡਸ, ਕਿ ਐਡਮ ਸਮਿਥ ਨੇ ਸਿਰਫ ਔਰ ਸਿਰਫ ਮਟੀਰੀਅਲ ਗੁਡਸ ਨੂੰ ਹੀ ਇਕਨੋਮਿਕਸ ਦੇ ਵਿੱਚ ਜਾਂ ਧਨ ਦੇ ਵਿੱਚ ਸ਼ਾਮਿਲ ਕੀਤਾ ਹੈ। ਬਹੁਤ ਸਾਰੇ ਇਕੋਨੋਮਿਸਟ ਇੱਦਾਂ ਦੇ ਹੈ ਜਿਨ੍ਹਾਂ ਨੇ ਲੱਗਾ ਕਿ ਹਾਂ ਕਿ ਐਡਮ ਸਮਿਥ ਨੇ ਸਿਰਫ ਮਟੀਰੀਅਲ ਵਸਤੂਆਂ ਜਿਹੜੀਆਂ ਕਿ ਭੌਤਿਕ ਵਸਤੂਆਂ ਨੇ ਉਹਨਾਂ ਨੂੰ ਹੀ ਇੰਪੋਰਟੈਂਸ ਦਿੱਤੀ ਹੈ। ਉਹਨੇ ਕਿਤੇ ਵੀ ਕਿਸੇ ਇਨਸਾਨ ਦੀ, ਕਿਤੇ ਵੀ ਕਿਸੇ ਮਨੁੱਖ ਦੀ ਜਿਹੜੀ ਹੈ ਜਾਂ ਲੋਕਾਂ ਦੇ ਕਲਿਆਣ ਦੀ ਹੈ ਗੱਲ ਨਹੀਂ ਕੀਤੀ।
ਇਸ ਕਰਕੇ ਬਹੁਤ ਸਾਰੇ ਇਕੋਨੋਮਿਸਟ ਸੀ ਜਿਨ੍ਹਾਂ ਨੇ ਕ੍ਰਿਟੀਸਾਈਜ਼ ਕੀਤਾ ਐਡਮ ਸਮਿਥ ਦੀ ਇਸ ਡੈਫੀਨੇਸ਼ਨ ਨੂੰ। ਇਹ ਡੈਫੀਨੇਸ਼ਨ ਨੂੰ ਕ੍ਰਿਟੀਸਾਈਜ਼ ਕਰਨ ਵਾਲੇ ਜਿਹੜੇ ਇਕੋਨੋਮਿਸਟ ਹਨ ਰਸਕਿਨ, ਮੋਰਿਸ ਐਟਸੈਟਰਾ, ਜਿਨ੍ਹਾਂ ਨੇ ਕੀ ਕਿਹਾ ਕਿ ਅਰਥ ਸ਼ਾਸਤਰ ਦੀ ਧਨ ਸੰਬੰਧੀ ਪਰਿਭਾਸ਼ਾ ਦੇਣਾ ਬਿਲਕੁਲ ਹੀ ਗਲਤ ਹੈ। ਕਿਉਂਕਿ ਇਸ ਨੇ ਸਭ ਤੋਂ ਮੇਨ ਚੀਜ਼ ਇਗਨੋਰ ਵੈਲਫੇਅਰ ਆਫ ਹਿਊਮਨ ਬੀਇੰਗਸ, ਕਿ ਕਿਤੇ ਵੀ ਮਨੁੱਖਾਂ ਦੇ ਸਮਾਜਿਕ ਕਲਿਆਣ ਦੀ ਗੱਲ ਨਹੀਂ ਕੀਤੀ। ਮਨੁੱਖਾਂ ਤੋਂ ਵੱਧ ਇਸਨੇ ਧਨ ਨੂੰ ਇੰਪੋਰਟੈਂਸ ਦਿੱਤੀ ਹੈ। ਇਸ ਕਰਕੇ ਇਹਨੂੰ ਅਸੀਂ ਇੱਕ ਵਧੀਆ ਡੈਫੀਨੇਸ਼ਨ ਨਹੀਂ ਕਹਿੰਦੇ। ਸੋ ਨੈਕਸਟ ਡੈਫੀਨੇਸ਼ਨ ਜਿਹੜੀ ਫਿਰ ਦਿੱਤੀ ਗਈ ਉਹ ਸੀ ਮਟੀਰੀਅਲ ਵੈਲਫੇਅਰ ਡੈਫੀਨੇਸ਼ਨ ਜਾਂ ਭੌਤਿਕ ਕਲਿਆਣ ਸੰਬੰਧੀ ਪਰਿਭਾਸ਼ਾ। ਇਹ ਦਿੱਤੀ ਸੀ ਡਾਕਟਰ ਮਾਰਸ਼ਲ ਨੇ ਇਨ 1890 ਆਪਣੀ ਬੁੱਕ ਪ੍ਰਿੰਸੀਪਲਸ of economics, ਪ੍ਰਿੰਸੀਪਲਸ ਆਫ ਇਕਨੋਮਿਕਸ, ਜਿਹਦੇ ਵਿੱਚ ਕੀ ਹੈ ਕਿ ਮਾਰਸ਼ਲ ਨੇ ਜ਼ਿਆਦਾ ਤੋਂ ਜ਼ਿਆਦਾ ਹਿਊਮਨ ਬੀਇੰਗਸ ਦੀ ਅਤੇ ਉਹਨਾਂ ਦੇ ਵੈਲਫੇਅਰ ਦੀ, ਕਲਿਆਣ ਦੀ ਸਟੱਡੀ ਕੀਤੀ ਹੈ। ਇਹਦੇ ਵਿੱਚ ਵਿਅਕਤੀਗਤ ਅਤੇ ਸਮਾਜਿਕ ਕਾਰਜਾਂ ਦਾ ਜਿਹੜਾ ਹੈ ਅਧਿਐਨ ਕੀਤਾ ਗਿਆ, ਜਿਸ ਨਾਲ ਕਿਸੇ ਵੀ ਇਨਸਾਨ ਨੂੰ ਭੌਤਿਕ ਪਦਾਰਥਾਂ ਦੀ ਪ੍ਰਾਪਤੀ ਹੁੰਦੀ ਹੈ ਅਤੇ ਉਹ ਉਸ ਨਾਲ ਜੋ ਹੈ ਉਪਯੋਗ ਕਰਕੇ ਸੰਤੁਸ਼ਟੀ ਪ੍ਰਾਪਤ ਕਰਦਾ ਹੈ। ਸੋ ਇਹਦੀ ਹੈ ਡੈਫੀਨੇਸ਼ਨ, ਇਕਨੋਮਿਕਸ ਇਜ਼ ਏ ਸਟੱਡੀ ਆਫ ਮੈਨਕਾਈਂਡ ਇਨ ਦੀ ਆਰਡੀਨਰੀ ਬਿਜ਼ਨਸ ਆਫ ਲਾਈਫ। ਮਤਲਬ ਇਕਨੋਮਿਕਸ ਕਿਹਦੀ ਸਟੱਡੀ ਕਰਦਾ ਹੈ? ਲਾਈਫ ਦੇ ਵਿੱਚ ਮੈਨਕਾਈਂਡ ਦੀ। ਮੈਨਕਾਈਂਡ ਮਤਲਬ ਇਨਸਾਨੀਅਤ ਦੀ, ਮਨੁੱਖਾਂ ਦੀ। ਇਟ ਐਗਜ਼ਾਮਿਨਸ ਦਾ ਪਾਰਟ ਆਫ ਇੰਡੀਵਿਜੂਅਲ ਐਂਡ ਸੋਸ਼ਲ ਐਕਸ਼ਨ, ਮਨੁੱਖਾਂ ਦੇ ਜੋ ਹੈ ਉਹਨਾਂ ਦੀ ਵਿਅਕਤੀਗਤ ਲਾਈਫ ਦਾ ਅਤੇ ਸੋਸ਼ਲ ਐਕਸ਼ਨ, ਮਤਲਬ ਜੋ ਕਿ ਉਹ ਇਕੋਨਮੀ ਦੇ ਵਿੱਚ ਰਹਿ ਕੇ ਪ੍ਰਾਪਤ ਕਰਦੇ ਹਨ ਜਾਂ ਕੋਈ ਵੀ ਕੰਮ ਕਰਦੇ ਹਨ, which is most closely connected with the attainment and use of material requisites of well-being। ਕਿ ਕੋਈ ਵੀ ਇਨਸਾਨ ਇੱਕ ਸਮਾਜ ਦੇ ਵਿੱਚ ਰਹਿੰਦਾ ਹੈ ਤਾਂ ਉੱਥੇ ਕੀ ਹੈ, ਉਹ ਕੋਈ ਨਾ ਕੋਈ ਕੰਮ ਕਰਦਾ ਹੈ ਜਿਹੜਾ ਕਿ ਜਿਹਦੇ ਨਾਲ ਉਹ ਜਿਹੜੀ ਹੈ ਇਨਕਮ ਨੂੰ ਗੇਨ ਕਰਦਾ ਹੈ। ਇਨਕਮ ਗੇਨ ਕਰਨ ਦੇ ਨਾਲ ਉਹਨੂੰ ਵੱਖ-ਵੱਖ ਸਾਧਨਾਂ ਦੇ ਉੱਪਰ ਖਰਚ ਕਰਦਾ ਹੈ ਅਤੇ ਉਸ ਤੋਂ ਸੰਤੁਸ਼ਟੀ ਪ੍ਰਾਪਤ ਕਰਦਾ ਹੈ, ਆਪਣੀਆਂ ਲੋੜਾਂ ਨੂੰ ਪੂਰੀਆਂ ਕਰਦਾ ਹੈ। ਇਸ ਲਈ ਇਹਦੇ ਵਿੱਚ ਕੀ ਹੈ, ਮਾਰਸ਼ਲ ਨੇ ਸਭ ਤੋਂ ਜ਼ਿਆਦਾ ਇੰਪੋਰਟੈਂਸ ਕਿਹਨੂੰ ਦਿੱਤੀ ਹੈ? ਮਨੁੱਖਾਂ ਦਾ ਕਲਿਆਣ ਵਧਾਉਣ ਵਾਲੇ ਭੌਤਿਕ ਪਦਾਰਥਾਂ ਦੀ ਪ੍ਰਾਪਤੀ ਅਤੇ ਉਸਨੂੰ ਕਿਸ ਤਰ੍ਹਾਂ ਉਪਯੋਗ ਦੇ ਵਿੱਚ ਲਿਆਉਣਾ ਹੈ। ਉਸਨੇ ਇਹਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਨੋਨ ਮਟੀਰੀਅਲ ਗੁਡਸ ਨੂੰ ਇਨਕਲੂਡ ਨਹੀਂ ਕੀਤਾ। ਸੇਮ ਇਸੇ ਤਰ੍ਹਾਂ ਹੀ ਜਿਸ ਤਰ੍ਹਾਂ ਐਡਮ ਸਮਿਥ ਦੀ ਪਰਿਭਾਸ਼ਾ ਦੀਆਂ ਜੋ ਕਿ ਕ੍ਰਿਟੀਸਿਜ਼ਮ ਹੋਈਆਂ ਸੀ, ਇਸੇ ਤਰ੍ਹਾਂ ਆਲੋਚਨਾਵਾਂ ਜਾਂ ਕ੍ਰਿਟੀਸਾਈਜ਼ ਕੀਤਾ ਗਿਆ ਮਾਰਸ਼ਲ ਦੀ ਡੈਫੀਨੇਸ਼ਨ ਨੂੰ ਵੀ। ਕਿਉਂਕਿ ਉਹਨੇ ਵੀ ਬਹੁਤ ਸਾਰੇ ਪੁਆਇੰਟਸ ਨੂੰ ਇਗਨੋਰ ਕੀਤਾ। ਕਿ ਸਭ ਤੋਂ ਪਹਿਲਾਂ ਉਹਨੇ ਇਹ ਕਿਹਾ ਕਿ ਉਹੀ ਜਿਹੜੇ ਕਿ ਸੋਸ਼ਲ ਬੀਇੰਗਸ ਹੈ, ਉਹਨਾਂ ਹੀ ਮਨੁੱਖਾਂ ਦੀ ਗੱਲ ਕੀਤੀ ਗਈ ਜੋ ਕਿ ਸਮਾਜ ਦੇ ਵਿੱਚ ਰਹਿੰਦੇ ਆ। ਪਰ ਬਹੁਤ ਸਾਰੇ ਲੋਕ ਇੱਦਾਂ ਦੇ ਵੀ ਹੁੰਦੇ ਆ ਕਿ ਜਿਹੜੇ ਇਕੱਲੇ ਰਹਿੰਦੇ ਆ ਜਾਂ ਕਿਤੇ ਜੰਗਲ ਦੇ ਵਿੱਚ ਜਾਂ ਕਿਤੇ ਬਾਹਰ ਰਹਿੰਦੇ ਆ, ਪਰ
ਉਹ ਵੀ ਕਿਸੇ ਨਾ ਕਿਸੇ ਤਰ੍ਹਾਂ ਆਪਣੇ ਲੋੜਾਂ ਦੀ ਪੂਰਤੀ ਕਰਦੇ ਆ। ਸੋ ਇਹਦੇ ਵਿੱਚ ਕੀ ਆ ਕਿ ਦੂਸਰੇ ਪਰਸਨ ਨੂੰ ਇਗਨੋਰ ਕੀਤਾ ਗਿਆ, ਸਿਰਫ ਸਮਾਜ ਵਿੱਚ ਰਹਿਣ ਵਾਲੇ ਪਰਸਨ ਨੂੰ ਹੀ ਲਿਆ ਗਿਆ। ਅਤੇ ਨਾਲ ਹੀ ਇਹਦੇ ਵਿੱਚ ਕੀ ਹੈ, ਕਹਿੰਦੇ ਕੋਈ ਵੀ ਅਸੀਂ ਜਿਹੜਾ ਹੁੰਦੀ ਹੈ ਗੁਡਸ ਹੁੰਦੀਆਂ, ਚਾਹੇ ਉਹ ਮਟੀਰੀਅਲ ਹੋਣ ਚਾਹੇ ਨੋਨ ਮਟੀਰੀਅਲ, ਦੋਨਾਂ ਦੀ ਹੀ ਸਾਡੀ ਲਾਈਫ ਦੇ ਵਿੱਚ ਇੰਪੋਰਟੈਂਸ ਹੁੰਦੀ ਹੈ। ਪਰ ਮਾਰਸ਼ਲ ਨੇ ਵੀ ਕੀ ਹੈ, ਸਿਰਫ ਮਟੀਰੀਅਲ ਗੁਡਸ ਨੂੰ ਹੀ ਇੰਪੋਰਟੈਂਸ ਦਿੱਤੀ ਹੈ। ਨੋਨ ਮਟੀਰੀਅਲ ਗੁਡਸ ਜਿਨ੍ਹਾਂ ਨੂੰ ਅਸੀਂ ਟੱਚ ਨਹੀਂ ਕਰ ਸਕਦੇ, ਦੇਖ ਨਹੀਂ ਸਕਦੇ, ਛੂਹ ਨਹੀਂ ਸਕਦੇ, ਉਸਨੂੰ ਇਗਨੋਰ ਕੀਤਾ ਹੈ। ਥਰਡ ਹੈ ਕਿ ਸਿਰਫ ਇਹਨੇ ਇਕਨੋਮਿਕ ਐਕਸ਼ਨਸ ਦੀ ਹੀ ਗੱਲ ਕੀਤੀ ਹੈ, ਚਾਹੇ ਉਹਨਾਂ ਦੇ ਨਾਲ ਸਾਡਾ ਕਲਿਆਣ ਹੋਵੇ, ਭਲਾ ਹੋਵੇ ਕਿਸੇ ਹਿਊਮਨਸ ਦਾ, ਚਾਹੇ ਨਾ ਹੋਵੇ। ਪਰ ਬਹੁਤ ਸਾਰੇ ਆਰਥਿਕਾਰ ਜਿੱਦਾਂ ਦੇ ਹੁੰਦੇ ਆ ਕਿ ਜਿੱਦਾਂ ਲੋਕ ਸ਼ਰਾਬ ਪੀਣ ਲੱਗ ਜਾਂਦੇ ਆ, ਉਹ ਕੀ ਹੈ, ਜੇ ਉਹਨੇ ਕੰਮ ਕਰਕੇ ਪੈਸੇ ਲਾਏ ਵੀ ਆ ਤਾਂ ਇਹਦਾ ਮਤਲਬ ਇਹ ਤਾਂ ਹੈ ਨਹੀਂ ਕਿ ਜਿਹੜੀ ਸ਼ਰਾਬ ਆ ਉਹਨਾਂ ਦੇ ਲਈ ਬੈਨੀਫਿਸ਼ੀਅਲ ਹੈ। ਸੋ ਇਹਦੇ ਵਿੱਚ ਕੀ ਇਕਨੋਮਿਕ ਐਕਸ਼ਨ ਲਏ ਹੋਏ ਆ ਸਾਰੇ ਹੀ, ਭਾਵੇਂ ਉਹਦੇ ਨਾਲ ਭਲਾ ਹੁੰਦਾ ਕਿਸੇ ਦਾ, ਭਾਵੇਂ ਨਹੀਂ ਹੁੰਦਾ। ਥਰਡ ਹੈ scarcity definition। scarcity definition, scarcity ਦਾ ਮਤਲਬ ਹੁੰਦਾ ਹੈ ਦੁਰਲੱਭਤਾ।